ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਆਪ ਜੀ ਨਿਤਨੇਮ ਕਰਮ ਅਨੁਸਾਰ ਪਰਮੇਸ਼ਰ ਦੇ ਚਰਨਾਂ ਕਮਲਾਂ ਵਿਖੇ ਆਪੋ ਆਪਣੀਆਂ ਹਾਜ਼ਰੀਆਂ ਲਵਾਉਂਦੇ ਹਾਂ। ਸਤਿਗੁਰੂ ਜੀ ਕਿਰਪਾ ਕਰਦੇ ਹਨ, ਅੰਮ੍ਰਿਤ ਵੇਲੇ ਦਾ ਜਾਗਰਤਾ ਬਖਸ਼ਦੇ ਨੇ। ਹਰ ਇੱਕ ਪ੍ਰਾਣੀ ਦੀ ਇੱਛਾ ਹੈ ਕਿ ਮੈਨੂੰ ਜ਼ਿੰਦਗੀ ਮਿਲੀ ਹੈ, ਕੁਝ ਨਾ ਕੁਝ ਜ਼ਿੰਦਗੀ ਦੇ ਵਿੱਚ ਕਰਾਂ। ਜਿਸ ਤਰ੍ਹਾਂ ਸਤਿਗੁਰਾਂ ਨੇ ਹੁਕਮ ਕੀਤਾ ਹੈ, ਸਤਿਗੁਰਾਂ ਦੇ ਹੁਕਮ ਨੂੰ ਮੰਨਦਾ ਹੋਇਆ ਪ੍ਰਾਣੀ ਗੁਰੂ ਸਾਹਿਬ ਜੀ ਮਹਾਰਾਜ ਜੀਆਂ ਦੇ ਅੱਗੇ ਆਪਣੀਆਂ ਭੇਟਾਵਾਂ ਲੈ ਕੇ ਪਹੁੰਚਦਾ ਹੈ। ਸਤਿਗੁਰਾਂ ਦੀ ਕਿਰਪਾ ਜਿਨ੍ਹਾਂ ਸਰੀਰਾਂ ਦੇ ਉੱਪਰ ਹੁੰਦੀ ਹੈ, ਉਹਨਾਂ ਨੂੰ ਇਹ ਸੁਭਾਗੇ ਸਮੇਂ ਪ੍ਰਾਪਤ ਹੁੰਦੇ ਹਨ। ਹੌਲੀ ਹੌਲੀ ਹਰ ਇੱਕ ਮਨੁੱਖ ਇਸ ਦਰ 'ਤੇ ਸਫਲਾ ਹੋ ਜਾਂਦਾ ਹੈ। ਅੰਮ੍ਰਿਤ ਵੇਲੇ ਅਸੀਂ ਗੁਰੂ ਨਾਨਕ ਦਾ ਕਲਾਮ ਜਪਜੀ ਸਾਹਿਬ ਦਾ ਪਾਠ ਪੜ੍ਹਦੇ ਸੁਣਦੇ ਹਾਂ। ਬਹੁਤ ਸਮਾਂ ਹੋ ਗਿਆ ਜਪਜੀ ਸਾਹਿਬ ਦਾ ਪਾਠ ਪੜ੍ਹਦਿਆਂ ਨੂੰ, ਸੁਣਦਿਆਂ ਨੂੰ। ਗੁਰੂ ਨਾਨਕ ਦੇ ਵਚਨ ਨੇ, ਏਤੋ ਰਾਹੇ ਪਤ ਪਵੜੀਆਂ ਚੜ੍ਹੀਏ ਹੋਏ 21। ਮਨੁੱਖ ਸਾਰੀ ਜ਼ਿੰਦਗੀ ਜਪਜੀ ਸਾਹਿਬ ਦੀਆਂ ਪੌੜੀਆਂ ਗਿਣਦਾ ਹੀ ਰਹਿੰਦਾ ਹੈ, ਪਰ ਇਹਨੇ ਕਦੇ ਪੌੜੀਆਂ ਚੜ੍ਹਨ ਦੇ ਯਤਨ ਨਹੀਂ ਕੀਤੇ। ਜੇ ਪੌੜੀਆਂ ਚੜ੍ਹਨਾ ਸ਼ੁਰੂ ਕਰ ਦਿੰਦਾ ਤੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਕਹਿੰਦੇ, ਚੜ੍ਹੀਏ ਹੋਏ 21। ਅੱਜ ਤੇਰੇ ਵਿੱਚ ਅਤੇ ਪਰਮਾਤਮਾ ਦੇ ਵਿੱਚ ਕੋਈ ਫਰਕ ਨਹੀਂ ਰਹਿ ਜਾਣਾ ਸੀ, ਤੂੰ ਪਰਮਾਤਮਾ ਦੇ ਵਿੱਚ ਹੀ ਲੀਨ ਹੋ ਜਾਣਾ ਸੀ। ਪਰ ਤੂੰ ਪੌੜੀਆਂ ਚੜ੍ਹਿਆ ਨਹੀਂ, ਸਿਰਫ ਪੜ੍ਹਦਾ ਰਿਹਾ। ਜਿਹੜੇ ਚੜ੍ਹੇ ਨੇ ਉਹ ਤੇ ਅਕਾਲ ਪੁਰਖ ਮਹਾਰਾਜੀਆਂ ਦੇ ਦਰ 'ਤੇ ਪ੍ਰਵਾਨ ਹੋਏ ਨੇ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪਾਵਨ ਪਵਿੱਤਰ ਇਤਿਹਾਸ, ਵਿਸਾਖੀ ਦੇ ਇਹ ਸ਼ੁਭ ਦਿਨ ਗੁਰੂ ਸਾਹਿਬ ਜੀ ਮਹਾਰਾਜੀਆਂ ਨੇ ਸਭ ਸਿੱਖ ਸੰਗਤਾਂ ਨੂੰ ਹੁਕਮਨਾਮੇ ਲਿਖ ਕੇ ਭੇਜੇ ਕਿ ਜਿੰਨੇ ਵੀ ਗੁਰੂ ਨਾਨਕ ਨਾਮ ਲੇਵਾ ਸਿੱਖ ਨੇ, ਉਹ ਸਾਰੇ ਦੇ ਸਾਰੇ ਵਿਸਾਖ ਵਾਲੇ ਦਿਨ ਅਨੰਦਪੁਰ ਸਾਹਿਬ ਪਹੁੰਚੋ। ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇੱਕ ਵਿਸਾਖ ਦਾ ਦਿਨ ਜਾਂ ਵਿਸਾਖ ਦਾ ਮਹੀਨਾ ਇਹੀ ਕਿਉਂ ਚੁਣਿਆ, ਬਾਕੀ ਕਿਉਂ ਨਹੀਂ ਚੁਣੇ? ਇਸ ਦਾ ਵੀ ਇੱਕ ਮੂਲ ਕਾਰਨ ਹੈ, ਕਿਉਂਕਿ ਗੁਰੂ ਨਾਨਕ ਮਹਾਰਾਜ ਤੋਂ ਲੈ ਕੇ ਦਸ਼ਮੇਸ਼ ਪਿਤਾ ਤੱਕ ਜੋਤ ਆਪਣੇ ਘਰ ਬਦਲਦੀ ਰਹੀ ਹੈ। ਜੋਤ ਇੱਕੋ ਹੀ ਸੀ। ਜੋਤ ਉਹਾਂ ਜੁਗਤ ਸਾਇ ਸਹਿ ਕਾਇਆ ਫੇਰ ਪਲਟੀ ਹੈ।
ਜੋਤ ਇੱਕੋ ਹੀ ਸੀ, ਘਰ ਬਦਲਦੀ ਰਹੀ ਹੈ। ਇੱਕ ਵਿਸਾਖ ਵਾਲਾ ਦਿਨ ਕਿਉਂ ਚੁਣਿਆ ਗਿਆ? ਇਹ ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਤੀਜੇ ਪਾਤਸ਼ਾਹ, ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਨੇ 22 ਮੰਜੀਆਂ ਸਿੱਖਾਂ ਨੂੰ ਦਿੱਤੀਆਂ ਸੀ ਨਾਮ ਜਪਾਉਣ ਵਾਸਤੇ। ਉਹਨਾਂ ਦੇ ਵਿੱਚੋਂ ਇੱਕ ਸਿੱਖ ਸੀ ਭਾਈ ਪਾਰੋ ਜੁਲਕਾ। ਗੁਰੂ ਅਮਰਦਾਸ ਸਾਹਿਬ ਮਹਾਰਾਜ ਦਾ ਸੇਵਕ ਹੋਇਆ। ਇਹ ਪਾਰੋ ਜੁਲਕਾ ਮਹਾਰਾਜ ਦਾ ਇੰਨਾ ਅਨੰਨ ਸੇਵਕ ਹੋਇਆ ਕਿ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਨੇ ਪਾਰੋ ਜੁਲਕੇ ਨੂੰ ਪਰਮਹੰਸ ਦੀ ਪਦਵੀ ਦਿੱਤੀ ਹੋਈ ਸੀ ਕਿ ਇਹ ਸਾਡਾ ਪਰਮਹੰਸ ਹੈ। ਉਹਨਾਂ ਦੇ ਕਰਮ ਦੇਖ ਕੇ, ਉਹਨਾਂ ਦੀ ਕਰਨੀ ਦੇਖ ਕੇ। ਭਾਈ ਪਾਰੋ ਜੁਲਕਾ ਗੁਰੂ ਅਮਰਦਾਸ ਸਾਹਿਬ ਮਹਾਰਾਜ ਦਾ ਅਨੰਨ ਸੇਵਕ ਇੱਕ ਦਿਨ ਬੈਠਾ ਮਹਾਰਾਜ ਦੇ ਕੋਲੇ, ਕਹਿਣ ਲੱਗਿਆ, ਮਹਾਰਾਜ ਮੈਂ ਇੱਕ ਬੇਨਤੀ ਕਰਨੀ ਹੈ, ਜੇ ਆਪ ਜੀ ਚਰਨਾਂ 'ਚ ਪ੍ਰਵਾਨ ਕਰੋ। ਤੇ ਕਿਉਂਕਿ ਉਹਨਾਂ ਦੇ ਵਿੱਚ ਗੁਣ ਦੇਖ ਕੇ ਹੀ ਉਹਨਾਂ ਨੂੰ ਪਦਵੀ ਮਿਲੀ ਸੀ ਪਰਮਹੰਸ ਦੀ, ਕਿ ਸਾਡਾ ਪਰਮਹੰਸ ਹੈ। ਉਹਨਾਂ ਵਿੱਚ ਗੁਣ ਸਨ, ਬਿਨਾਂ ਗੁਣ ਤੋਂ ਨਹੀਂ ਮਿਲਦਾ ਕੁਛ। ਤੇ ਉਹਨਾਂ ਨੇ ਬੇਨਤੀ ਕੀਤੀ, ਕਹਿੰਦੇ ਮਹਾਰਾਜ ਇੱਕ ਪ੍ਰਵਾਨ ਕਰੋ। ਤੇ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਕਹਿਣ ਲੱਗੇ, ਭਾਈ ਪਾਰੋ ਜੁਲਕਾ ਜੀ, ਕੀ ਬੇਨਤੀ ਹੈ ਤੁਹਾਡੀ? ਕਹਿੰਦੇ ਮਹਾਰਾਜ ਤੁਹਾਡੇ ਕੋਲੇ ਸੰਗਤ ਆਉਂਦੀ ਹੈ ਬੜੀ ਦੂਰ ਦਰੇਡਿਆਂ ਤੋਂ, ਤੇ ਇੱਕ ਪਾਸੋਂ ਸੰਗਤ ਆ ਜਾਂਦੀ ਹੈ 5-10 ਦਿਨ ਰਹਿ ਕੇ ਉਹ ਤੁਹਾਡੇ ਕੋਲੋਂ ਚਲੇ ਜਾਂਦੇ ਨੇ। ਫਿਰ ਦੂਰ ਤੋਂ ਹੋਰ ਸੰਗਤ ਆ ਜਾਂਦੀ ਹੈ 5-10 ਦਿਨ ਰਹਿ ਕੇ ਉਹ ਤੁਹਾਡੇ ਕੋਲੋਂ ਚਲੇ ਜਾਂਦੇ ਨੇ। ਸੰਗਤ ਆਉਂਦੀ ਬਹੁਤ ਹੈ, ਪਰ ਇਹ ਵੱਖੋ ਵੱਖਰੇ ਰੂਪ ਦੇ ਵਿੱਚ ਆਉਂਦੇ ਨੇ। ਕੋਈ ਆ ਜਾਂਦਾ, ਕੋਈ ਮੁੜ ਜਾਂਦਾ, ਕੋਈ ਆ ਜਾਂਦਾ, ਕੋਈ ਮੁੜ ਜਾਂਦਾ। ਮੈਂ ਮਹਾਰਾਜ ਤੁਹਾਡੇ ਚਰਨਾਂ ਵਿੱਚ ਬੇਨਤੀ ਕਰਦਾ ਕਿ ਜੇ ਇੱਕ ਦਿਨ ਸਾਰੀ ਸੰਗਤ ਇਕੱਤਰ ਹੋ ਜਾਵੇ, ਨਾਲੇ ਤੇ ਮਹਾਰਾਜ ਗੁਰੂ ਕੇ ਲੰਗਰ ਦੇ ਪ੍ਰਵਾਹ ਚੱਲਣਗੇ, ਨਾਲ ਨਾਲ ਦੀਵਾਨ ਸਜਣਗੇ, ਅਤੇ ਨਾਲ ਸੰਗਤ ਜਿਹੜੀ ਵੀ ਦੂਰ ਦਰੇਡਿਆਂ ਤੋਂ ਆਉਂਦੀ ਹੈ ਉਹਨਾਂ ਦੀ ਆਪਸ ਵਿੱਚ ਦੀ ਜਾਣ ਪਹਿਚਾਣ ਹੋ ਜੂਗੀ। ਤੇ ਨਾਲੇ ਮਹਾਰਾਜ ਜਦੋਂ ਸਾਰੀ ਸੰਗਤ ਇਕੱਤਰ ਹੋਈ, ਵੱਡੀ ਤਾਦਾਦ ਦੇ ਵਿੱਚ ਸੰਗਤ ਇਕੱਤਰ ਹੋਊਗੀ, ਦੀਵਾਨ ਸਜਣਗੇ, ਉਹਨਾਂ ਨੂੰ ਦੇਖ ਦੇਖ ਕੇ ਹੋਰ ਵੀ ਜਿਹੜੇ ਨੇ ਉਹ ਬਹੁਤ ਸਾਰੇ ਗੁਰਸਿੱਖ ਬਣਨ ਵਾਸਤੇ ਤਿਆਰ ਹੋਣਗੇ। ਹੁਣ ਭਾਈ ਪਾਰੋ ਜੁਲਕੇ ਨੇ ਤੀਜੇ ਪਾਤਸ਼ਾਹ ਮਹਾਰਾਜ ਨੂੰ ਹੀ ਕੀਤੀ ਹੈ ਬੇਨਤੀ, ਤੇ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਕਹਿਣ ਲੱਗੇ, ਭਾਈ ਪਾਰੋ ਜੁਲਕਾ ਜੀ ਚਲੋ, ਕਹਿੰਦੇ ਤੁਸੀਂ ਬੇਨਤੀ ਕਰਦੇ ਹੋ, ਕੋਈ ਇੱਕ ਦਿਨ ਮਿਥ ਲੈਨੇ ਆ ਆਪਾਂ, ਇੱਕ ਦਿਨ ਗੁਰੂ ਕੀ ਸੰਗਤ ਨੂੰ ਸੁਨੇਹੇ ਭੇਜ ਦੇਵਾਂਗੇ ਸਾਰੀ ਨੂੰ। ਉਸ ਦਿਨ ਫਿਰ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਨੇ ਪਾਰੋ ਜੁਲਕੇ ਨੂੰ ਇਹ ਹੁਕਮ ਕੀਤਾ ਸੀ, ਕਹਿੰਦੇ ਇੱਕ ਵਿਸਾਖ ਵਾਲਾ ਦਿਨ ਮਿਥ ਲਓ, ਕਹਿੰਦੇ, ਤੇ ਆਪਾਂ ਸਾਰੀ ਸੰਗਤ ਨੂੰ ਹੁਕਮ ਭੇਜ ਦਿਓ, ਸਾਰੀ ਸੰਗਤ ਉਸੇ ਦਿਨ ਇਕੱਤਰ ਹੋ ਜਾਵੇ। ਇਹ ਵਿਸਾਖੀ ਦਾ ਜੋ ਦਿਹਾੜਾ ਹੈ ਨਾ,
ਇਹ ਭਾਈ ਪਾਰੋ ਜੁਲਕੇ ਦੀ ਬੇਨਤੀ ਪ੍ਰਵਾਨ ਕਰਕੇ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਨੇ ਤੀਜੇ ਪਾਤਸ਼ਾਹ ਮਹਾਰਾਜ ਨੇ ਸ਼ੁਰੂ ਕੀਤੀ ਸੀ ਵਿਸਾਖੀ ਦਾ ਦਿਹਾੜਾ। ਤੇ ਜੋਤ ਉਹ ਜੁਗਤ ਸਾਏ ਸਾਏ ਕਾਇਆ ਫੇਰ ਪਲਟੀ ਹੈ। ਉਹੀ ਜੋਤ ਕਾਇਆ ਬਦਲ ਕੇ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਿਸਾਖ ਦਾ ਜਿਹੜਾ ਦਿਨ ਸੀ, ਇਹ ਸੰਗਰਾਂਦ ਦਾ ਵਿਸਾਖੀ ਦਾ ਦਿਹਾੜਾ ਵਿਸਾਖੀ ਦਾ ਇਹ ਦਿਨ ਉਹੀ ਜੋਤ ਨੇ ਫਿਰ ਉਹੀ ਦਿਨ ਸੀ ਜਿਹੜਾ ਦੁਬਾਰੇ ਚੁਣ ਲਿਆ। ਸਾਰੀਆਂ ਸੰਗਤਾਂ ਨੂੰ ਦੂਰ ਦਰੇਡਿਆਂ ਤੱਕ ਹੁਕਮਨਾਮੇ ਭੇਜੇ। ਜਿੰਨੀਆਂ ਵੀ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਸੀ, ਸਾਰੀ ਦੀਆਂ ਸਾਰੀਆਂ ਸੀ ਜਿਹੜੀਆਂ ਉਹ ਅਨੰਦਪੁਰ ਸਾਹਿਬ ਇਕੱਤਰ ਹੋਈਆਂ। ਇਤਿਹਾਸ ਦੇ ਮੁਤਾਬਕ ਉਹਨਾਂ ਸਮਿਆਂ ਦੇ ਵਿੱਚ 80,000 ਪ੍ਰਾਣੀਆਂ ਦਾ ਇਕੱਠ ਹੋਇਆ। ਬਹੁਤ ਵੱਡੀ ਤਾਦਾਦ ਦੇ ਵਿੱਚ ਇਕੱਠ ਹੋਇਆ। ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਗੁਰੂ ਨਾਨਕ ਮਹਾਰਾਜ ਤੋਂ ਸ਼ੁਰੂਆਤ ਹੋਈ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਤੱਕ ਪਹੁੰਚਦਿਆਂ ਕਿਉਂਕਿ ਪਹਿਲੀਆਂ 9 ਜੋਤਾਂ ਨੇ ਬੰਦੇ ਨੂੰ ਸਿੱਖ ਬਣਾਇਆ ਹੈ। ਪਹਿਲੇ ਪਾਤਸ਼ਾਹ ਤੋਂ ਲੈ ਕੇ 9ਵੀਂ ਪਾਤਸ਼ਾਹੀ ਤੱਕ ਸ਼ਬਦ ਦੇ ਕੇ, ਕਿਉਂਕਿ ਸਿੱਖ ਦਾ ਜਿਹੜਾ ਜਨਮ ਹੈ ਉਹ ਸ਼ਬਦ ਦੇ ਵਿੱਚੋਂ ਹੈ ਤੇ ਸਿੰਘ ਦਾ ਜਿਹੜਾ ਜਨਮ ਹੈ ਉਹ ਹੈ ਖੰਡੇ ਦੀ ਧਾਰ ਦੇ ਵਿੱਚੋਂ, ਤਲਵਾਰ ਦੀ ਧਾਰ ਦੇ ਵਿੱਚੋਂ ਸਿੰਘ ਦਾ ਜਨਮ ਹੈ। ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਤੋਂ ਲੈ ਕੇ 9ਵੇਂ ਪਾਤਸ਼ਾਹ ਤੱਕ ਮਹਾਰਾਜ ਤੱਕ ਪ੍ਰੇਰਿਤ ਕਰ ਕਰਕੇ ਗੁਰੂ ਸਾਹਿਬ ਜੀ ਮਹਾਰਾਜ ਜੀਆਂ ਨੇ ਇਸ ਖੇਤ ਨੂੰ ਤਿਆਰ ਕਰ ਲਿਆ। ਦਸਮੇਸ਼ ਪਿਤਾ ਨੇ ਹੁਣ ਲਾਉਣਾ ਸੀ ਇਸ ਦਾ, ਜਿਹਨੂੰ ਅਸੀਂ ਕਹਿ ਦਿੰਦੇ ਹਾਂ ਕਿ ਹੁਣ ਇਸ ਵਸਤੂ ਦਾ ਐਂਡ ਕਰਨਾ ਸੀ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੀ ਇਹ ਦਿਨ ਸੀ ਜਿਹੜਾ ਚੁਣ ਲਿਆ। ਜਦੋਂ ਇਹ ਦਿਨ ਚੁਣਿਆ ਤੇ ਵੱਡੀ ਤਾਦਾਦ ਦੇ ਵਿੱਚ ਸੰਗਤਾਂ ਤੇ ਇਕੱਤਰ ਹੁੰਦੀਆਂ ਸਨ, ਪਹਿਲਾਂ ਤੋਂ ਪਹਿਲੀਆਂ ਪਾਤਸ਼ਾਹੀਆਂ ਵੇਲੇ ਵੀ, ਪਰ ਅੱਜ ਕੋਈ ਵੀ ਗੁਰੂ ਨਾਨਕ ਨਾਮ ਲੇਵਾ ਸਿੱਖ ਐਸਾ ਨਹੀਂ ਸੀ ਜਿਹੜਾ ਆਨੰਦਪੁਰ ਸਾਹਿਬ ਨਾ ਪਹੁੰਚਿਆ ਹੋਵੇ। ਬਹੁਤ ਸਾਰੀ ਤਾਦਾਦ ਦੇ ਵਿੱਚ ਪਹੁੰਚੇ ਤੇ ਗੁਰੂ ਸਾਹਿਬ ਜੀ ਮਹਾਰਾਜ ਜੀਆਂ ਨੇ ਇੱਕ ਤੰਬੂ ਕਾਇਨਾਤ ਲੱਗਿਆ ਹੋਇਆ ਹੈ। ਅੱਜ ਪੂਰਨ ਰੂਪ ਦੇ ਵਿੱਚ ਵੀਰ ਰਸ ਦੇ ਵਿੱਚ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਤੇ ਵੱਡੀ ਸਟੇਜ ਲੱਗੀ ਹੈ, ਵੱਡੀਆਂ ਸੰਗਤਾਂ, ਵੱਡਾ ਇਕੱਠ। ਗੁਰੂ ਗੋਬਿੰਦ ਸਿੰਘ ਮਹਾਰਾਜ ਮਿਆਨ ਦੇ ਵਿੱਚੋਂ ਤਲਵਾਰ ਕੱਢ ਕੇ ਸਟੇਜ ਤੇ ਖੜ੍ਹਦੇ ਨੇ। ਗੁਰੂ ਸਾਹਿਬ ਜੀ ਮਹਾਰਾਜ ਨੇ ਬਚਨ ਕੀਤਾ, ਕਹਿੰਦੇ ਭਾਈ ਐਡੇ ਵੱਡੇ ਇਕੱਠ ਦੇ ਵਿੱਚੋਂ ਅੱਜ ਸਾਨੂੰ ਇੱਕ ਸਿਰ ਦੀ ਲੋੜ ਪਈ। ਕਿਉਂ ਮੰਗਿਆ ਸੀ ਮਹਾਰਾਜ ਨੇ ਸਿਰ? ਇਹਦਾ ਮੂਲ ਕਾਰਨ ਸੀ ਕਿ ਮਹਾਰਾਜ ਨੇ ਮਨੁੱਖ ਦੇ ਅੰਦਰੋਂ ਉਹਦੇ ਮਾਂ ਬਾਪ ਦੀ ਅੰਸ਼ ਖਤਮ ਕਰਨੀ ਸੀ। ਕਿ ਇਹਦੇ ਵਿੱਚ ਮਾਂ ਕੀ ਰਗਤ ਪਿਤਾ ਬਿਦ ਧਾਰਾ। ਬਿਦ ਆਪ ਜੀ ਜਪਜੀ ਸਾਹਿਬ ਦਾ ਪਾਠ ਸੁਣਦੇ ਹੋ ਨਾ, ਗੁਰਮੁਖ ਨਾਦੰ ਗੁਰਮੁਖ ਵੇਦੰ, ਦੋ ਸਪੁੱਤਰ ਨੇ। ਇੱਕ ਤਾਂ ਬਿੰਦੀ ਪੁੱਤਰ ਜਿਹਨੂੰ ਮਹਾਰਾਜ ਕਹਿੰਦੇ ਮਾਂ ਕੀ ਰਗਤ ਪਿਤਾ ਬਿਦ ਧਾਰਾ,
ਇੱਕ ਤਾਂ ਪੁੱਤਰ ਜਨਮ ਲੈਂਦਾ ਮਾਂ ਅਤੇ ਬਾਪ ਦੀ ਅੰਸ਼ ਦੇ ਵਿੱਚੋਂ, ਤੇ ਇੱਕ ਜਿਹੜਾ ਹੈ ਉਹ ਜਨਮ ਲੈਂਦਾ ਹੈ ਸ਼ਬਦ ਦੇ ਵਿੱਚੋਂ, ਉਹਦਾ ਜਨਮ ਸ਼ਬਦ ਦੇ ਵਿੱਚੋਂ ਹੈ। ਗੁਰਮੁਖ ਨਾਦੰ ਗੁਰਮੁਖ ਵੇਦੰ, ਬਿੰਦੀ ਪੁੱਤਰ ਮਾਂ ਬਾਪ ਦੀ ਅੰਸ਼ ਦੇ ਵਿੱਚੋਂ ਜਨਮ ਲੈਂਦਾ ਹੈ, ਤੇ ਜਿਹੜਾ ਨਾਦੰ ਪੁੱਤਰ ਹੈ ਇਹ ਗੁਰੂ ਦੇ ਸ਼ਬਦ ਦੇ ਵਿੱਚੋਂ ਜਨਮ ਲੈਂਦਾ, ਗੁਰੂ ਦੇ ਸ਼ਬਦ ਦੇ ਵਿੱਚੋਂ। ਕਿਉਂਕਿ ਜਦੋਂ ਅਸੀਂ ਜਪਜੀ ਸਾਹਿਬ ਦਾ ਪਾਠ ਕਰਦੇ ਹਾਂ ਨਾ, ਤਕਰੀਬਨ ਬਹੁਤ ਲੰਮਾ ਸਮਾਂ ਹੋ ਗਿਆ, ਕਰਦਿਆਂ ਨੂੰ ਵੀ ਹੋ ਗਿਆ ਅਤੇ ਸੁਣਦਿਆਂ ਨੂੰ ਵੀ ਹੋ ਗਿਆ। ਚਲੋ ਇੱਕ ਉਦਾਹਰਨ ਲਈਏ, ਅਸੀਂ ਜਪਜੀ ਸਾਹਿਬ ਦਾ ਪਾਠ ਕਿਉਂ ਕਰਦੇ ਹਾਂ, ਸੁਣਦੇ ਕਿਉਂ ਹੈ? ਕਿਉਂਕਿ ਸਾਨੂੰ ਇਹ ਹੁੰਦਾ ਹੈ ਕਿ ਜਿਹੜੇ ਸਾਡੇ ਸਰੀਰ ਵਿੱਚ ਰੋਗ ਨੇ, ਮਨ ਵਿੱਚ ਸੋਗ ਨੇ, ਉਹ ਸਾਰੇ ਦੇ ਸਾਰੇ ਖਤਮ ਹੋ ਜਾਣ। ਪਰ ਬੰਦੇ ਨੂੰ ਇਹ ਅੰਦਾਜ਼ਾ ਲਾ ਲੈਣਾ ਚਾਹੀਦਾ ਕਿ 20 ਸਾਲ ਹੋ ਗਏ, 50 ਸਾਲ ਹੋ ਗਏ, 10 ਸਾਲ ਹੋ ਗਏ ਜਪਜੀ ਸਾਹਿਬ ਦਾ ਪਾਠ ਕਰਦਿਆਂ ਨੂੰ, ਸੁਣਦਿਆਂ ਨੂੰ। ਜਪਜੀ ਸਾਹਿਬ ਦਾ ਪਾਠ ਫਿਰ ਅਸੀਂ ਦਵਾਈ ਦੇ ਰੂਪ ਦੇ ਵਿੱਚ ਲੈ ਰਹੇ ਹਾਂ ਕਿ ਸਾਡੇ ਸਰੀਰ ਦੇ ਵਿੱਚੋਂ ਰੋਗ ਨਿਕਲੇ, ਮਨ ਵਿੱਚੋਂ ਸੋਗ ਨਿਕਲੇ, ਘਰਾਂ ਦੇ ਕਲੇਸ਼ ਖਤਮ ਹੋਣ, ਇਸ ਵਾਸਤੇ ਕਰਦੇ। ਫਿਰ ਬੰਦੇ ਨੂੰ ਅੰਦਾਜ਼ਾ ਲਾ ਲੈਣਾ ਚਾਹੀਦਾ ਹੈ ਕਿ 20 ਸਾਲ ਹੋ ਗਏ ਜਪਜੀ ਸਾਹਿਬ ਦਾ ਪਾਠ ਕਰਦਿਆਂ ਨੂੰ, ਸੁਣਦਿਆਂ ਨੂੰ, ਕਿ ਸਰੀਰ ਦੇ ਰੋਗ ਮਿਟ ਗਏ, ਮਨ ਵਿੱਚੋਂ ਸੋਗ ਨਿਕਲ ਗਏ, ਕਲੇਸ਼ ਦੂਰ ਹੋ ਗਏ, ਕੁਛ ਹੋਇਆ? ਬੰਦੇ ਦੇ ਸਰੀਰ ਨੂੰ ਕੋਈ ਰੋਗ ਲੱਗ ਜੇ, ਡਾਕਟਰ ਵੈਦ ਹਕੀਮ ਦੇ ਕੋਲ ਜਾਂਦਾ ਹੈ, ਉਹਦੇ ਕੋਲੋਂ ਦਵਾਈ ਲੈਂਦਾ ਹੈ। ਜੇ ਦਵਾਈ ਦੇ ਨਾਲ ਫਿਰ ਮਨੁੱਖ ਨੂੰ ਇਹ ਵੀ ਹੁੰਦਾ ਹੈ ਕਿ ਵਾਕਈ ਮੇਰਾ ਡਾਕਟਰ ਦੀ ਦਵਾਈ ਦਿੱਤੀ ਦੇ ਨਾਲ ਸਿਰ ਦਰਦ ਹਟ ਗਿਆ ਜਾਂ ਨਹੀਂ ਹਟਿਆ। 20 ਸਾਲ ਹੋ ਗਏ ਦਵਾਈ ਲੈਂਦੇ ਨੂੰ, ਹਜੇ ਤੱਕ ਸਰੀਰ ਦੇ ਵਿੱਚੋਂ ਰੋਗ ਨਹੀਂ ਨਿਕਲੇ ਤੇ ਹਜੇ ਤੱਕ ਮਨ ਵਿੱਚੋਂ ਸੋਗ ਨਹੀਂ ਨਿਕਲੇ। ਮਾਫ ਕਰਨਾ, ਮਨ ਵਿੱਚ ਜਿਹੜੇ ਸੋਗ ਨੇ ਇਹ ਨਿਕਲਨੇ ਤਾਂ ਸੀ ਕਿ ਜਿੰਨੇ ਅੱਜ ਤੋਂ 20 ਸਾਲ ਪਹਿਲਾਂ ਸੀ, ਅੱਜ ਉਸ ਤੋਂ ਵੱਧ ਗਏ, ਵਧੇ ਹੋਏ। ਕਲੇਸ਼ ਨਿਕਲਣਾ ਤਾਂ ਕੀ ਸੀ, ਅੱਜ ਤੋਂ 20 ਸਾਲ ਪਹਿਲਾਂ ਘੱਟ ਸੀ, ਹੁਣ ਥੋੜਾ ਜਿਹਾ ਜ਼ਿਆਦਾ ਹੋ ਗਿਆ। ਤਾਂ ਫਿਰ ਕਰਦਾ ਕੀ ਰਿਹਾ? ਜਪਜੀ ਸਾਹਿਬ ਦੀਆਂ ਪੌੜੀਆਂ ਨੂੰ ਗਿਣਦਾ ਰਿਹਾ, ਚੜ੍ਹਦਾ ਨਹੀਂ ਰਿਹਾ। ਜੇ ਕਿਤੇ ਚੜ੍ਹਨ ਦੇ ਯਤਨ ਕਰ ਲੈਂਦਾ ਨਾ, ਫਿਰ ਗੱਲ ਬਣ ਜਾਣੀ ਸੀ। ਬਸ ਗਿਣਦਾ ਰਿਹਾ, ਗਿਣਤੀਆਂ ਕਰਦਾ ਰਿਹਾ 38 ਪੌੜੀਆਂ ਦੀਆਂ, ਪਰ ਚੜ੍ਹਨ ਦੇ ਕਦੇ ਯਤਨ ਨਹੀਂ ਕੀਤੇ। ਤੇ ਮਹਾਰਾਜ ਤੇ ਜਪਜੀ ਸਾਹਿਬ ਦੇ ਵਿੱਚ ਐਲਾਨੀਆਂ ਕਹਿੰਦੇ ਨੇ, ਏ ਤਰਾਹੇ ਪਤ ਪਵੜੀ ਹੈ ਚੜ੍ਹਿਆ ਹੋਏ ਕੀ। ਜੇ ਤੂੰ ਕਿਤੇ ਪੌੜੀਆਂ ਚੜ੍ਹਦਾ ਹੁੰਦਾ ਨਾ ਜਪਜੀ ਸਾਹਿਬ ਦੀਆਂ ਉਦੋਂ ਦਾ, ਅੱਜ ਤੋਂ 20 ਸਾਲ ਪਹਿਲਾਂ ਦਾ, ਤੇ ਗੁਰੂ ਨਾਨਕ ਮਹਾਰਾਜ ਹੁਣ ਝੂਠ ਨਹੀਂ ਮਾਰਦੇ, ਸੱਚ ਕਹਿੰਦੇ ਨੇ ਕਿ ਅੱਜ ਨੂੰ ਤੂੰ ਪਰਮਾਤਮਾ ਦੇ ਵਿੱਚ ਲੀਨ ਹੋ ਜਾਣਾ ਸੀ। ਪਰ ਤੂੰ ਪੜ੍ਹਦਾ ਰਿਹਾ, ਸਿਰਫ ਚੜ੍ਹਨ ਦੇ ਕਦੇ ਯਤਨ ਨਹੀਂ ਕੀਤੇ। ਸੋ ਜਪਜੀ ਸਾਹਿਬ ਦੇ ਵਿੱਚ ਮਹਾਰਾਜ ਨੇ ਕਿਹਾ ਕਿ ਇੱਕ ਬਿੰਦੇ ਪੁੱਤਰ ਹੈ ਜਿਹੜਾ ਮਾਂ ਬਾਪ ਦੀ ਅੰਸ਼ ਤੋਂ ਜਨਮ ਲੈਂਦਾ ਹੈ। ਤੋ ਇੱਕ ਹੈ ਨਾਦੰ, ਨਾਦੀ ਪੁੱਤਰ, ਜਿਹੜਾ ਗੁਰੂ ਦੇ ਸ਼ਬਦ ਦੇ ਵਿੱਚੋਂ ਜਨਮ ਲੈਂਦਾ। ਹੁਣ ਗੁਰੂ ਨਾਨਕ ਦਾ ਜਪਜੀ ਸਾਹਿਬ ਦਾ ਇਹ ਵਚਨ ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਇਹ ਸ਼ੁਭ ਦਿਨ, ਵਿਸਾਖੀ ਵਾਲਾ ਦਿਨ, ਸ਼ੁਭ ਦਿਨ ਅਸੀਂ ਸਿੱਖ ਪੰਥ ਦੇ ਵਿੱਚ ਇਸ ਨੂੰ ਮੰਨਦੇ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਹ ਦਿਨ ਚੁਣ ਲਿਆ ਕਿ ਭਾਈ ਸਾਨੂੰ ਅੱਜ ਇੱਕ ਸਿਰ ਦੀ ਲੋੜ ਹੈ। ਕਿਉਂ ਮੰਗਿਆ? ਕਿਉਂਕਿ ਮਾਂ ਬਾਪ ਦੀ ਅੰਸ਼ ਵਾਲਾ ਪੁੱਤਰ ਖਤਮ ਕਰਕੇ ਗੁਰੂ ਦੇ ਸ਼ਬਦ ਵਾਲਾ ਪੁੱਤਰ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ। ਉਹਦਾ ਬਿਲਕੁਲ ਸੀ ਜਿਹੜਾ ਐਂਡ ਕਰਨਾ ਚਾਹੁੰਦੇ ਸੀ ਇਸ ਕਹਾਣੀ ਦਾ, ਇਸ ਦਾ
कि हुण जिहड़ी माँ बाप दी अंश वाला पुत्र है ये एक बार खत्म हो जाए तो गुरु दे शब्द वाला जिहड़ा पुत्र है ये पैदा हो जाए। इसे लिए गुरु गोबिंद सिंह महाराज ने विसाखी वाले दिन नंगे तलवार कढ़ के म्यान दे विचों तलवार कढ़ के महाराज ने कहा सी कि सानू सिर दी लोड़ पैंदी है, अज पई है। उहदा मूल कारण महाराज दा यही सीगा कि माँ बाप दी अंश वाला पुत्र खत्म करना है तो गुरु दे शब्द वाला जिहड़ा है पुत्र पैदा करना। सारी गुरबाणी मनुख पढ़ता रहिंदा है, सारी गुरबाणी लगातार 10 साल 20 साल 50 साल पढ़दा, सारी जिंदगी पढ़ता रहा। जिन्हों पूछे भी तू किहदा पुत्र है, कदे अपनी जवान दे विचों बंदा 50 सालां बाद भी नहीं कढ़दा कि पहला तो मैं पुत्र फलाना सिउंदा सीगा पर हुण मैं गुरु दे शब्द पढ़ पढ़ के गुरु दे लड़ लग गया। अज मेरा पिता गुरु ग्रंथ साहिब जी महाराज ने, होर कोई नहीं कोई कढ़दा अपनी जवान विचों। क्यों? क्योंकि हजे तक उथों निकल के शब्द तक पहुँचे नहीं। तो जिहड़ा शब्द तक पहुँच गया, जिहड़ा शब्द तक पहुँच गया तो उन्हां दे फिर वो ऐलानिए ही कह दिंदे हन कि साडे ते पिता साहिब श्री गुरु ग्रंथ साहिब जी महाराज ने, सिवाय इन्हां तो कोई दूजा होर नहीं है। क्यों? क्योंकि माँ बाप दी अंश वाला पुत सी जिहड़ा वो मिट गया। अज केवल ते केवल शब्द दी अंश वाला पुत है जिहड़ा वो पैदा होया। ते गुरु साहिब जी महाराज ने शरीर दे विचों सानू कढिया कि इस शरीर दे विचों तुसी निकलो ते शब्द दे विच जिहड़ा तुसी लीन हो जाओ। ये गुरु इसे कारण करके गुरु गोबिंद सिंह जी महाराज जी ने आनंदपुर साहिब जिहड़ा सी एक सीस की मंग की सी ताकि माँ बाप दी अंश वाला पुत खत्म करके शब्द वाला पुत है जिहड़ा पैदा किया जाए। इसलिए गुरु साहिब जी महाराज जी ने, गुरु नानक ने भी यही बचन किया सी, शब्द गुरु सुरत धुन चेला। जिहड़ा साडा शब्द है यही साडा गुरु है। गुरु शब्द, शब्द गुरु। तो यदा मतलब ये होया कि गुरु साहिब जी महाराज सानू केवल ते केवल शब्द वाला पुत्र देखना चाहते हैं। इतिहास का तो गुरबाणी का नाल नाल मेल मिलाप है जिहड़ा ये चलता रहिंदा, दोनों चीज़ां बराबर चलदियां ने। तो गुरु साहिब जी महाराज ने जदों ये बचन किते 80,000 इकट्ठ दे विचों एक सिंह उठिया सी। चलो 5 प्यारिਆਂ का नाम तो तुहानूं पता ही है, सारिਆਂ नूं आपां नूं, बच्चों नूं भी पता है, पढ़ लैंदे ने किताबां तो। पर 80,000 दे विचों 5 प्यारे ही क्यों उठे, जां 5 प्यारिਆਂ का ही क्यों सीस मंगिया महाराज ने, 6वें का क्यों नहीं मंगिया? इनू थोड़ा थोड़ा हौली हौली संजम के नाल आपां चलांगे। गुरु साहिब जी महाराज ने जदों पहला सीस मंगिया 80,000 इकट्ठ दे विचों भाई दया राम जी उठे सी सब तो पहला। आके उन्होंने महाराज नूं बेनती की, महाराज मेरा सीस हाजिर है। पहला बचन तो ये कि 80,000 इकट्ठ दे विचों कल्ले भाई दया राम क्यों उठे सी? ये परमात्मा का अपना रचिया होया कौतक सी, क्योंकि गुरु गोबिंद सिंह महाराज जी ने दर्शा दिता सी कि जिन्ना मर्जी दुनिया दे विच वड्डे तो वड्डा इकट्ठ होवे, क्योंकि उन्हां टाइमां दे विच 80,000 का इकट्ठ होना कोई आम गल नहीं सी। जिड्डा मर्जी वड्डे तो वड्डा इकट्ठ होवे, पर महाराज दे दर ते वो परवान होऊगा जिहदे अंदर दया होई। जिड्डा मर्जी वड्डा इकट्ठ होवे, 80,000 के इकट्ठ के विचों दया राम जी उठ के आए। तां
ਇਹ ਅਕਾਲ ਪੁਰਖ ਦਾ ਆਪਣਾ ਰਚਿਆ ਹੋਇਆ ਕੌਤਕ ਸੀ। ਤਾਂ 80,000 ਦੇ ਵਿੱਚੋਂ ਪਹਿਲੇ ਨੰਬਰ ਤੇ ਭਾਈ ਦਇਆ ਰਾਮ ਜੀ ਉੱਠ ਕੇ ਆਏ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦਰਸਾ ਦਿੱਤਾ, ਸਿੱਖਾ ਜੇ ਮਹਾਰਾਜ ਦੇ ਦਰ ਤੇ ਪ੍ਰਵਾਨ ਹੋਣਾ ਤੋਂ ਪਹਿਲਾਂ ਤੇਰੇ ਅੰਦਰ ਦਇਆ ਹੋਣੀ ਲਾਜ਼ਮੀ ਹੈ। ਇਹ ਹੋਵੇ ਅੰਦਰ ਚਲੇ। ਕਹਿੰਦੇ ਤੇਰਾ ਸੀਸ ਭੇਟ ਕਰਨਾ, ਤੂੰ ਆਪਣੇ ਸੀਸ ਦੇਣ ਵਾਸਤੇ ਆ ਗਿਆ, ਆਪਣੇ ਘਰ ਵਾਲਿਆਂ ਦਾ ਕੀ ਕਰੇ? ਕਹਿੰਦੇ ਮਹਾਰਾਜ ਜਿਹੜੇ ਘਰ-ਬਾਰ ਦੇ ਤੁਸੀਂ ਗੱਲ ਕਰਦੇ ਹੋ ਮੈਂ ਸਾਰਾ ਕੁਝ ਛੱਡਿਆ, ਮੈਂ ਤੁਹਾਡੇ ਅੱਗੇ ਸੀਸ ਅਰਪਣ ਕਰਨਾ ਚਾਹੁੰਦਾ। ਉਹ ਕਹਿੰਦੇ ਦਇਆ ਰਾਮ ਦੇਖ ਲੈ, ਸੀਸ ਦੇਣਾ ਕੋਈ ਆਮ ਗੱਲ ਨਹੀਂ ਹੈ। ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਹੱਥ ਬੰਨ੍ਹ ਕੇ ਉਹਨੇ ਕਿਹਾ ਸੀ, ਕਹਿਣ ਲੱਗੇ ਮਹਾਰਾਜ ਅੱਜ ਜਿਹੜਾ ਦਇਆ ਰਾਮ ਸੀ ਉਹ ਨਹੀਂ ਰਹਿ ਗਿਆ, ਅੱਜ ਤੇ ਤੁਹਾਡਾ ਮੈਂ ਸੇਵਕ ਬਣ ਗਿਆ। ਇਹਦਾ ਮਤਲਬ ਜਿਹੜਾ ਬਿੰਦੀ ਪੁੱਤਰ ਸੀ ਉਹ ਖਤਮ ਹੋ ਗਿਆ, ਅੱਜ ਕੱਲਾ ਨਾਦੀ ਪੁੱਤਰ ਰਹਿ ਗਿਆ ਸੀ। ਮਾਂ ਬਾਪ ਦੀ ਅੰਸ਼ ਵਾਲਾ ਪੁੱਤਰ ਸੀ ਜਿਹੜਾ ਇੱਕ ਪਾਸੇ ਰਹਿ ਗਿਆ ਸੀ, ਤੇ ਜਿਹੜਾ ਗੁਰੂ ਦੇ ਸ਼ਬਦ ਵਾਲਾ ਪੁੱਤਰ ਸੀ ਉਹ ਅੱਗੇ ਆ ਗਿਆ ਸੀ। 2 ਪੁਆਇੰਟ ਬਣਦੇ ਨੇ ਇੱਥੇ, ਆਪ ਜੀ ਨੇ ਨੋਟ ਕਰ ਲੈਣੇ ਕਿ ਸਭ ਤੋਂ ਪਹਿਲਾਂ ਦਇਆ ਰਾਮ ਜੀ ਆਏ। ਕਾਰਨ ਗੁਰੂ ਸਾਹਿਬ ਜੀ ਮਹਾਰਾਜ ਦਾ ਆਪਣਾ ਰਚਿਆ ਹੋਇਆ ਕੌਤਕ ਸੀ, ਤੇ ਆਪਣੇ ਰਚੇ ਹੋਏ ਕੌਤਕ ਦੇ ਵਿੱਚ ਸਿੱਖ ਪੰਥ ਦੇ ਵਿੱਚ ਜਿਹੜੇ ਬੰਦੇ ਨੇ ਪੈਰ ਟਿਕਾਉਣਾ ਸਭ ਤੋਂ ਪਹਿਲਾਂ ਉਹਦੇ ਕੋਲੇ ਦਇਆ ਹੋਣੀ ਲਾਜ਼ਮੀ ਹੈ। ਵਰਨਾ ਕੋਈ ਮਤ ਭੁਲੇਖੇ ਦੇ ਵਿੱਚ ਰਹਿ ਜਾਓ ਵੀ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪੁੱਤ ਬਣਿਆ ਫਿਰਦਾ, ਬਿਲਕੁਲ ਵੀ ਨਹੀਂ। ਸਭ ਤੋਂ ਪਹਿਲਾਂ ਪੈਰ ਜਿਹਨੇ ਪਾਉਣਾ ਸਿੱਖ ਪੰਥ ਦੇ ਅੰਦਰ, ਉਹਦੇ ਅੰਦਰ ਦਇਆ ਹੋਣੀ ਜ਼ਰੂਰੀ ਹੈ। ਦੂਸਰਾ ਪੁਆਇੰਟ, ਗੁਰੂ ਸਾਹਿਬ ਜੀ ਮਹਾਰਾਜ ਨੂੰ ਬੇਨਤੀ ਕਰਦਾ, ਕਹਿੰਦੇ ਮਹਾਰਾਜ ਕਿਰਪਾ ਕਰਿਓ ਕਿ ਮੇਰਾ ਸੀਸ ਆਪ ਜੀ ਦੇ ਚਰਨਾਂ ਦੇ ਵਿੱਚ ਹਾਜ਼ਰ ਹੈ। ਤੇ ਗੁਰੂ ਸਾਹਿਬ ਜੀ ਮਹਾਰਾਜ ਜੀਆਂ ਨੇ ਫਿਰ ਜਿਹੜਾ ਮਾਂ ਬਾਪ ਦੀ ਅੰਸ਼ ਵਾਲਾ ਸੀਸ ਸੀਗਾ ਉਹਨੂੰ ਤੰਬੂ ਦੇ ਵਿੱਚ ਜਾ ਕੇ ਮਹਾਰਾਜ ਨੇ ਉਹ ਸੀਸ ਤੇ ਧੜ ਸੀ ਜਿਹੜੇ ਦੋਨੇ ਜੁਦਾ ਕਰ ਦਿੱਤੇ ਸੀ ਤਲਵਾਰ ਦੇ ਨਾਲ, ਦੋਨੇ ਜੁਦਾ ਕਰ ਦਿੱਤੇ ਸੀ। ਕਿਉਂ? ਕਿਉਂਕਿ ਮਾਂ ਬਾਪ ਦੀ ਅੰਸ਼ ਵਾਲਾ ਸਰੀਰ ਖਤਮ ਹੋਵੇ ਤੇ ਕੇਵਲ ਸ਼ਬਦ ਵਾਲਾ ਜਿਹੜਾ ਹੈ ਉਹ ਪੁੱਤਰ ਪੈਦਾ ਹੋਵੇ। ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਇਤਿਹਾਸ ਪੜ੍ਹ ਲਓ, ਤੇ ਭਾਵੇਂ ਇਧਰੋਂ ਆਪ ਜੀ ਜਪਜੀ ਸਾਹਿਬ ਦੇ ਕਲਾਮ ਨੂੰ ਨਿੱਤ ਹੈ ਜਿਹੜਾ ਅਸੀਂ ਉਹ ਪੜ੍ਹਦੇ ਹਾਂ ਇਧਰੋਂ, ਕਿਉਂਕਿ ਗੁਰੂ ਨਾਨਕ ਮਹਾਰਾਜ ਨੇ ਗੱਲ ਪਹਿਲਾਂ ਹੀ ਕਹਿ ਦਿੱਤੀ ਸੀ, ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ, ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ, ਜੇ ਹਉ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ, ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਏ। ਸਾਰਾ ਇਤਿਹਾਸ ਤੇ ਬਾਬੇ ਨਾਨਕ ਨੇ ਜਪਜੀ ਸਾਹਿਬ ਦੇ ਵਿੱਚ ਹੀ ਸਾਨੂੰ ਦੱਸ ਦਿੱਤਾ ਸੀ, ਪਰ ਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰਨ ਸਭ ਤੋਂ ਪਹਿਲਾਂ ਦਇਆ ਰਾਮ ਜੀ ਇਸ ਕਰਕੇ ਉੱਠ ਕੇ ਆਏ, ਕਿਉਂਕਿ ਸਿੱਖ ਪੰਥ ਦੇ ਅੰਦਰ ਜਿਹਨੇ ਵੀ ਸ਼ਾਮਲ ਹੋਣਾ, ਜਿਹਨੇ ਪ੍ਰਵਾਨ ਹੋਣਾ, ਉਸ ਦੇ ਅੰਦਰ ਦਇਆ ਹੋਣੀ ਲਾਜ਼ਮੀ ਜ਼ਰੂਰੀ ਹੈ। ਗੁਰੂ ਸਾਹਿਬ ਜੀ ਮਹਾਰਾਜ ਦੇ 2 ਪੁਆਇੰਟ ਕਿ ਦੂਸਰਾ ਸੀ ਜਿਹੜਾ ਮਾਂ ਬਾਪ ਦੀ ਅੰਸ਼ ਵਾਲਾ ਪੁੱਤਰ ਸੀ ਜਿਹੜਾ ਉਹ ਖਤਮ ਕਰਕੇ ਸ਼ਬਦ ਵਾਲਾ ਪੁੱਤਰ ਸੀ ਜਿਹੜਾ ਉਹ ਪੈਦਾ ਕਰਨਾ। ਅਗਾਹਾਂ ਵਾਲਾ ਜੋ ਇਤਿਹਾਸ ਹੈ ਉਹ ਆਪਾਂ ਸਮੇਂ ਦੇ ਨਾਲ ਆਪਾਂ ਸਾਰੀ ਸੰਗਤ ਸਰਵਣ ਕਰਾਂਗੇ। ਸਮਾਪਤੀ ਦਾ ਸਮਾਂ, ਗੁਰੂ ਸਾਹਿਬ ਜੀ ਮਹਾਰਾਜ ਨੇ ਮਹਾਨ ਕਿਰਪਾ ਕੀਤੀ, ਇਹਨਾਂ ਦਿਨਾਂ ਦੇ ਵਿੱਚ ਵਿਸਾਖੀ ਦੇ ਇਹ ਸ਼ੁਭ ਦਿਨ ਸਾਨੂੰ ਬਖਸ਼ਿਸ਼ ਕੀਤੇ ਨੇ। ਅਕਾਲ ਪੁਰਖ ਮਹਾਰਾਜ ਜੀਆਂ ਦੀ ਕਿਰਪਾ ਦੇ ਨਾਲ ਆਪਾਂ ਸਾਰੀਆਂ ਸੰਗਤਾਂ ਗੁਰ ਇਤਿਹਾਸ ਗੁਰਬਾਣੀ ਸਰਵਣ ਕਰਦੇ ਚੱਲਾਂਗੇ ਜੀ। ਭੁੱਲਾਂ ਚੁੱਕਾਂ ਦੀ ਖਿਮਾ, ਆਈਆਂ ਸੰਗਤਾਂ ਦਾ ਧੰਨਵਾਦ। ਪ੍ਰੇਮ ਦੇ ਨਾਲ ਸਾਰੀ ਸੰਗਤ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।